ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਅੱਜ ਅਸੀਂ ਪਹੁੰਚੇ ਹੋਏ ਹਾਂ ਵੈਨਕੂਵਰ ਦੇ ਵਿੱਚ ਰੌਸ ਗੁਰੂ ਘਰ ਖਾਲਸਾ ਦੀਵਾਨ ਸੁਸਾਇਟੀ, ਸਭ ਤੋਂ ਪੁਰਾਣੀ ਸੁਸਾਇਟੀ। 100 ਸਾਲ ਤੋਂ ਉੱਤੇ ਸਾਲ ਹੋ ਚੁੱਕੇ ਆ। 1906 ਦੇ ਵਿੱਚ ਲਗਭਗ ਇਹ ਗੁਰਦੁਆਰਾ ਸਾਹਿਬ ਬਣਿਆ ਸੀ। ਪਰ ਇੱਥੇ ਦੇਖ ਰੇਖ ਕਰਨ ਦੇ ਲਈ, ਇੱਥੇ ਦੀ ਪ੍ਰਬੰਧਕੀ ਨੂੰ ਦੇਖਣ ਦੇ ਲਈ, ਪ੍ਰਬੰਧਕ ਨੂੰ ਸੰਭਾਲਣ ਦੇ ਲਈ ਮੈਂਬਰ ਚੁਣੇ ਜਾਂਦੇ ਨੇ, ਚੋਣਾਂ ਕਰਵਾਈਆਂ ਜਾਂਦੀਆਂ ਨੇ, ਇਲੈਕਸ਼ਨ ਕਰਵਾਈਆਂ ਜਾਂਦੀਆਂ ਨੇ। ਤੇ ਹੁਣ ਇਹ ਇਲੈਕਸ਼ਨ 5 ਤਰੀਕ ਨੂੰ ਨੇ। 5 ਤਰੀਕ ਨੂੰ ਕੁਲਦੀਪ ਸਿੰਘ ਥਾਂਦੀ ਦੀ ਸਲੇਟ ਵੀ ਰਨ ਕਰ ਰਹੀ ਆ। ਪਿਛਲੇ ਸਾਲਾਂ ਦੇ ਵਿੱਚ ਅਸੀਂ ਦੇਖਿਆ ਕਿ ਇਹ ਖਾਲਸਾ ਦੀਵਾਨ ਸੁਸਾਇਟੀ ਜਿਹੜੀ ਹੈ ਇਹ ਇਲੈਕਸ਼ਨ ਦੇ ਵਿੱਚ ਰਨ ਵੀ ਕਰਦੀ ਰਹੀ ਹੈ, ਜਿੱਤਦੀ ਵੀ ਰਹੀ ਹੈ। ਲਗਭਗ 25 ਸਾਲ ਹੋ ਗਏ, ਤਕਰੀਬਨ 25 ਸਾਲਾਂ ਤੋਂ ਇਹੀ ਕਮੇਟੀ ਜਿਹੜੀ ਉਹ ਕੰਮ ਕਰ ਰਹੀ ਆ। ਪ੍ਰਧਾਨ ਚੇਂਜ ਹੁੰਦੇ ਰਹਿੰਦੇ ਨੇ, ਕਦੇ ਮੈਂਬਰ ਬਣ ਜਾਂਦੇ ਨੇ, ਪ੍ਰਧਾਨਗੀ ਮਿਲ ਜਾਂਦੀ ਹੈ। ਇਸ ਵਾਰ ਕੁਲਦੀਪ ਸਿੰਘ ਥਾਂਦੀ ਦੀ ਅਗਵਾਈ ਦੇ ਵਿੱਚ ਇਹ ਚੋਣਾਂ ਲੜੀਆਂ ਜਾ ਰਹੀਆਂ ਨੇ। ਆਓ ਜਾਣਦੇ ਹਾਂ ਉਹਨਾਂ ਦਾ ਪਰਸਪੈਕਟਿਵ, ਕੀ ਕਹਿੰਦੇ ਨੇ ਉਹ, ਕੀ ਕੁਝ ਕੀਤਾ ਗਿਆ ਪਿਛਲੇ ਸਾਲਾਂ ਦੇ ਵਿੱਚ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਉਹ ਕੀ ਕਰਨਾ ਚਾਹੁੰਦੇ ਨੇ, ਖਾਲਸਾ ਦੀਵਾਨ ਸੁਸਾਇਟੀ ਨੂੰ, ਰੌਸ ਗੁਰੂ ਘਰ ਨੂੰ ਕਿੱਥੇ ਲੈ ਕੇ ਜਾਣਾ ਚਾਹੁੰਦੇ ਨੇ। ਆਓ ਕਰਦੇ ਹਾਂ ਗੱਲਬਾਤ। ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਗੁਰਦੁਆਰਾ ਸਾਹਿਬ ਦੀਆਂ ਚੋਣਾਂ 5 ਨਵੰਬਰ ਨੂੰ ਹੋ ਰਹੀਆਂ ਹਨ। ਇਹਨਾਂ ਚੋਣਾਂ ਵਿੱਚ ਕੁਲਦੀਪ ਸਿੰਘ ਥਾਂਦੀ ਅਤੇ ਸੰਤੋਖ ਸਿੰਘ ਸੂਰੀ ਦੀਆਂ ਸਲੇਟਾਂ ਮੈਦਾਨ ਵਿੱਚ ਹਨ। ਵੈਨਕੂਵਰ ਅਤੇ ਆਸ-ਪਾਸ ਦੇ ਇਲਾਕਿਆਂ ਦੀਆਂ ਸੰਗਤਾਂ ਦੇ ਵੱਲੋਂ 5 ਨਵੰਬਰ ਦੀਆਂ ਚੋਣਾਂ ਵਿੱਚ ਹਿੱਸਾ ਲਿਆ ਜਾਣਾ ਹੈ। ਕੁਲਦੀਪ ਸਿੰਘ ਥਾਂਦੀ ਦੀ ਸਲੇਟ ਵੱਲੋਂ ਇਹ ਦੱਸਿਆ ਗਿਆ ਕਿ ਉਹ ਪਿਛਲੇ 23 ਸਾਲ ਤੋਂ ਸਥਾਪਿਤ ਧਿਰ ਹਨ। ਉਹਨਾਂ ਦੀ ਸਲੇਟ ਦੇ ਮੈਂਬਰਾਂ ਨੇ ਦੱਸਿਆ ਕਿ ਮੇਜ਼ ਕੁਰਸੀਆਂ ਦੀ ਲੰਗਰ ਹਾਲ ਵਿੱਚ ਪਰੰਪਰਾ ਜਿਵੇਂ ਚੱਲਦੀ ਹੈ ਉਸੇ ਤਰ੍ਹਾਂ ਕਾਇਮ ਰਹੇਗੀ। ਉਹਨਾਂ ਨੇ ਵੀ ਵਾਅਦਾ ਕੀਤਾ ਕਿ ਬਜ਼ੁਰਗਾਂ ਵੱਲੋਂ ਚਲਾਈ ਲੰਗਰ ਹਾਲ ਵਿੱਚ ਮੇਜ਼ ਕੁਰਸੀਆਂ ਦੀ ਪਰੰਪਰਾ ਇਸੇ ਤਰ੍ਹਾਂ ਕਾਇਮ ਰਹੇਗੀ। ਨਾਲ ਹੀ ਦੱਸਿਆ ਕਿ ਗੁਰਬਾਣੀ ਦੇ ਨਾਲ ਬੱਚਿਆਂ ਨੂੰ ਲਗਾਤਾਰ ਜੋੜਿਆ ਜਾ ਰਿਹਾ ਹੈ ਅਤੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਕਿਵੇਂ ਗੁਰਦੁਆਰਾ ਸਾਹਿਬ ਦੇ ਚੜ੍ਹਾਵੇ ਨੂੰ ਸੰਗਤਾਂ ਦੇ ਭਲੇ ਲਈ ਵਰਤਿਆ ਗਿਆ ਅਤੇ ਅੱਗੇ ਵੀ ਵਧੀਆ ਪ੍ਰੋਗਰਾਮ ਲਿਆਂਦੇ ਜਾਣਗੇ। ਉਹਨਾਂ ਨੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਹੈ। ਖਾਲਸਾ ਦੀਵਾਨ ਸੁਸਾਇਟੀ ਰੌਸ ਗੁਰੂ ਘਰ ਅੱਜ ਪਹੁੰਚੇ ਹੋਏ ਆ। ਤੁਹਾਨੂੰ ਪਿਛਲੇ ਦਿਨਾਂ ਦੇ ਵਿੱਚ ਵੀ ਇਨਫੋਰਮੇਸ਼ਨ ਦਿੱਤੀ ਹੈ ਤੇ ਲਗਾਤਾਰ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾ ਰਹੇ ਹਾਂ ਕਿ ਇੱਥੇ ਇਲੈਕਸ਼ਨ ਹੋ ਰਹੀਆਂ ਨੇ। 5 ਤਰੀਕ ਵਾਲੇ ਦਿਨ ਜਿਹੜੇ ਵੀ ਮੈਂਬਰ ਨੇ ਇੱਥੇ ਪਹੁੰਚਣ ਤੇ ਇੱਥੇ ਪਹੁੰਚ ਕੇ ਆਪਣੇ ਪਸੰਦੀਦਾ ਉਮੀਦਵਾਰ ਆ ਉਹਨੂੰ ਜਿਤਾਉਣ, ਉਹਨਾਂ ਦੀ ਕਮੇਟੀ ਜਿਹੜੀ ਉਹਨਾਂ ਦੇ ਮੈਂਬਰ ਨੇ ਉਹਨਾਂ ਨੂੰ ਜਿਤਾਉਣ। ਸੋ ਮੇਰੇ ਨਾਲ 4 ਕੈਂਡੀਡੇਟ ਨੇ, ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਇਹਨਾਂ ਤੋਂ ਜਾਣਦੇ ਹਾਂ ਕਿ ਕੀ ਕੁਝ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ। ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਕਸ਼ਮੀਰ ਸਿੰਘ ਢਾਲੀਵਾਲ, ਜੋ 5 ਤਰੀਕ ਨੂੰ ਇਲੈਕਸ਼ਨ ਆ ਰਹੀ ਆ, ਉਹਦੇ ਵਿੱਚ ਮੈਂ ਕੁਲਦੀਪ ਸਿੰਘ ਥਾਂਦੀ ਹੁਣਾਂ ਦੀ ਸਲੇਟ ਵੱਲੋਂ ਐਜ਼ ਏ ਜਨਰਲ ਸੈਕਟਰੀ ਦੀ ਇਲੈਕਸ਼ਨ ਲੜ ਰਿਹਾ ਹਾਂ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਉਸ ਦਿਨ ਵੋਟਾਂ ਪਾਓ ਅਤੇ ਸਮੁੱਚੀ ਸਲੇਟ ਨੂੰ ਕਾਮਯਾਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਜੀ ਜੋਗਿੰਦਰ ਸਿੰਘ ਸੁੰਨੜ। ਮੈਂ ਕੁਲਦੀਪ ਸਿੰਘ ਥਾਂਦੀ ਦੀ ਸਲੇਟ ਵਿੱਚੋਂ ਰਿਕਾਰਡਿੰਗ ਸੈਕਟਰੀ ਦੀ ਸੇਵਾ ਲਈ ਹਾਜ਼ਰ ਹੋਇਆ ਆਪ ਸੰਗਤਾਂ ਦੇ ਸਾਹਮਣੇ। ਆਪ ਸਮੂਹ ਸੰਗਤਾਂ ਨੂੰ ਸਿਮਰ ਬੇਨਤੀ ਹੈ ਕਿ ਕੁਲਦੀਪ ਸਿੰਘ ਦੀ ਸਮੁੱਚੀ ਸਲੇਟ ਨੂੰ 15 ਦੇ 15 ਉਮੀਦਵਾਰਾਂ ਨੂੰ ਵੋਟਾਂ ਪਾ ਕੇ 5 ਨਵੰਬਰ ਨੂੰ ਸਵੇਰ ਦੇ 8 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਪਾ ਕੇ ਕਾਮਯਾਬ ਕਰੋ ਜੀ। ਉਹਨਾਂ ਦਾ ਐਂਡ 'ਤੇ ਅਖੀਰ 'ਤੇ ਸਾਰੇ ਦੇ 15 ਦੇ 15 ਨੂੰ ਸਾਈਨ ਕਰਨੇ ਆ, ਮਾਰਕ ਕਰਨੇ ਆ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਜਰਨੈਲ ਸਿੰਘ ਪੰਡਾਲ, ਮੈਂ ਕਸ਼ਮੀਰ ਸਿੰਘ ਜੀ ਉਹਨਾਂ ਦੇ ਨਾਲ ਅਸਿਸਟੈਂਟ ਸਕੱਤਰ ਦੀ ਸੇਵਾ ਨਿਭਾਵਾਂਗਾ। ਅਤੇ ਸਾਰੀਆਂ ਸੰਗਤਾਂ ਨੂੰ ਸਾਡੀ ਬੜੀ ਸੰਨਿਮਰਤਾ ਸਹਿਤ ਬੇਨਤੀ ਹੈ ਕਿ 5 ਨਵੰਬਰ ਦਿਨ ਸ਼ਨੀਚਰਵਾਰ ਨੂੰ ਸਵੇਰ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਵੋਟਾਂ ਪੈਣੀਆਂ ਹਨ। ਅਤੇ ਸਮੂਹ ਸੰਗਤਾਂ 11,700 ਮੈਂਬਰ ਜੋ ਹਨ ਉਹ ਹੁੰਮ ਹਮਾ ਕੇ ਪਹੁੰਚੋ ਅਤੇ ਸਾਨੂੰ ਸੇਵਾ ਦਾ ਮੌਕਾ ਬਖਸ਼ੋ। ਬਹੁਤ ਸੁੰਦਰ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਬਣੀ ਹੈ। ਕੋਈ ਇਹਦੇ 'ਤੇ ਕਰਜ਼ਾ 5-4 ਮਹੀਨਿਆਂ ਸਾਰਾ ਹੀ ਲੈ ਜਾਣਾ ਜੀ। ਅਤੇ ਸਾਰੇ ਕਾਰਜ ਬੜੀ ਚੜ੍ਹਦੀ ਕਲਾ ਦੇ ਨਾਲ ਚੱਲ ਰਹੇ ਹਨ। ਅਤੇ ਸੰਗਤਾਂ ਅੱਗੇ ਬੇਨਤੀ ਹੈ, ਕੋਈ ਵੀ ਮੇਰਾ ਵੀਰ ਭੈਣ ਨੌਜਵਾਨ ਘਰ ਨਾ ਰਹੇ, ਜ਼ਰੂਰ ਉਸ ਦਿਨ ਆਪਣਾ ਚੋਇਸ ਜਿਹੜੀ ਹੈ ਵੋਟ ਕੁਲਦੀਪ ਸਿੰਘ ਜੀ ਥਾਂਦੀ, ਜੋ ਕਿ ਬੈਲਟ ਪੇਪਰ ਦੇ ਸੱਜੇ ਸਾਈਡ 'ਤੇ ਹੋਣਗੇ, 15 ਹੀ ਕੈਂਡੀਡੇਟਾਂ ਨੂੰ ਮਾਰਕ ਲਾ ਕੇ ਸੇਵਾ ਦਾ ਮੌਕਾ ਬਖਸ਼ੋ। ਅਤੇ ਜਿਸ ਤਰ੍ਹਾਂ ਪਹਿਲਾਂ ਕਾਰਜ ਚੱਲ ਰਹੇ ਨੇ ਇਸੇ ਹੀ ਤਰ੍ਹਾਂ ਅੱਗੇ ਤੋਂ ਚੱਲਦੇ ਰਹਿਣਗੇ। ਨਾਲ ਫੋਟੋ ਵਾਲੀ ID ਅਤੇ ਆਪਣਾ ਐਡਰੈਸ ਦਾ ਪ੍ਰੂਫ ਜ਼ਰੂਰ ਨਾਲ ਲੈ ਕੇ ਆਓ ਜੀ। ਜੇ ਕਿਸੇ ਨੂੰ ਕਾਰਡ ਨਹੀਂ ਮਿਲਿਆ ਤਾਂ ਉਹਨੂੰ ਤੁਰੰਤ ਇੱਥੇ ਉਸ ਵੇਲੇ ਮਿਲ ਜਾਏਗਾ। ਬਹੁਤ ਬਹੁਤ ਧੰਨਵਾਦ ਜੀ। ਜ਼ਰੂਰ ਬੇਨਤੀ ਨੂੰ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਸੋ ਅੱਜ ਅਸੀਂ ਦੇਖ ਰਹੇ ਹਾਂ ਕਿ ਖਾਲਸਾ ਦੀਵਾਨ ਸੁਸਾਇਟੀ ਦੇ ਵਿੱਚ ਫਿਰ ਤੋਂ ਚੋਣਾਂ ਨੇ। ਕੁਲਦੀਪ ਸਿੰਘ ਥਾਂਦੀ ਜੀ ਦੀ ਸਲੇਟ ਜਿਹੜੇ ਉਹਨਾਂ ਦੇ ਮੈਂਬਰ ਇੱਥੇ ਖੜੇ ਹੋਏ ਨੇ, ਜਿਹੜੇ ਪ੍ਰਧਾਨ ਦੀ ਅਸੀਂ ਕਹਿ ਸਕਦੇ ਹਾਂ ਭੂਮਿਕਾ ਨਿਭਾ ਵੀ ਚੁੱਕੇ ਨੇ। ਉਹਨਾਂ ਨੂੰ ਪਤਾ ਹੈ ਕਿ ਕਿਹੜੇ ਕਿਹੜੇ ਕੰਮ ਹੋ ਰਹੇ ਨੇ, ਕਿਹੜੇ ਕਿਹੜੇ ਚੱਲ ਰਹੇ ਨੇ, ਕਿੰਨਾ ਕਿੰਨਾ ਦੇ ਉੱਤੇ ਪਲਾਨ ਬਣਾਉਣ ਵਾਲਾ ਹੈ। ਸੋ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਬਾਤ ਹੋਈ ਆ। ਉਹ ਚਾਹੁੰਦੇ ਆ ਕਿ ਇਹੀ ਸਲੇਟ ਦੁਬਾਰਾ ਆਵੇ, ਇਹੀ ਜਿਹੜੇ ਮੈਂਬਰ ਨੇ ਇਹ ਦੁਬਾਰਾ ਕੰਮਕਾਜ ਸਾਂਭਣ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਕੀ ਕੁਝ ਚੱਲ ਰਿਹਾ, ਕਿਹੜੇ ਕਿਹੜੇ ਕੰਮ ਜਿਹੜੇ ਨੇ ਉਹ ਕਰਨ ਵਾਲੇ ਨੇ ਜਾਂ ਕਿਹੜੇ ਰਾਹ ਦੇ ਵਿੱਚ ਹਜੇ ਹੈਗੇ ਨੇ ਜਿਨ੍ਹਾਂ ਤੇ ਅੱਗੇ ਕੰਮ ਕਰਨ ਵਾਲਾ। ਸੋ ਇਹਨਾਂ ਤੋਂ ਜਾਣਦੇ ਆ ਕਿ ਜਦੋਂ ਇਹਨਾਂ ਨੂੰ ਇਸ ਤਰ੍ਹਾਂ ਦਾ ਹੁੰਗਾਰਾ ਸੰਗਤਾਂ ਦੇ ਵੱਲੋਂ ਮਿਲਦਾ ਤਾਂ ਕਿਸ ਤਰ੍ਹਾਂ ਦਾ ਲੱਗਦਾ। ਸੋ ਕਸ਼ਮੀਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਸ ਤਰ੍ਹਾਂ ਮੈਂ ਦੱਸਿਆ ਕਿ ਅੱਜ ਸਾਡੀ 15 ਮੈਂਬਰੀ ਸਲੇਟ ਜਿਹੜੀ ਆ ਸੰਗਤਾਂ ਦੇ ਰੂਬਰੂ 5 ਨਵੰਬਰ ਨੂੰ ਹੋ ਰਹੀ ਆ, ਔਰ ਬੜੀ ਖੁਸ਼ੀ ਦੀ ਗੱਲ ਹੈ ਜਿਹੜੀ ਸਾਡੀ ਸਲੇਟ ਆ ਇਹਦੇ ਵਿੱਚ 12 ਰਿਟਾਇਰਡ ਮੈਂਬਰ ਆ, ਜਿਹੜੇ 3 ਮੈਂਬਰ ਜੰਗ ਵੀ ਲੈ ਗਏ ਆ, ਉਹਨਾਂ ਦਾ ਵੀ ਬਹੁਤ ਜ਼ਿਆਦਾ ਯੋਗਦਾਨ ਆ। ਪਿੱਛੇ ਜੇ ਆਪਾਂ ਬਿਲਡਿੰਗ ਬਣਾਈ ਆ, ਤਕਰੀਬਨ ਮੈਂ ਦੱਸਿਆ ਅੱਗੇ ਪਿਛਲੀ ਵੀਕ ਵੀ ਅਸੀਂ ਦੱਸ ਕੇ ਆਏ ਸੀਗੇ ਕਿ ਆਪਣੇ 63 ਲੱਖ ਡਾਲਰ ਦਾ ਖਰਚਾ ਆਇਆ, ਜਿਹਦੇ ਵਿੱਚੋਂ 37 ਲੱਖ ਡਾਲਰ ਇੰਸ਼ੋਰੈਂਸ ਨੇ ਦਿੱਤਾ, 15 ਲੱਖ ਡਾਲਰ ਅਸੀਂ ਸੰਗਤਾਂ ਤੋਂ ਘਰੇ ਜਾ ਕੇ, ਕੁਝ ਸੰਗਤਾਂ ਇੱਥੇ ਵੀ ਆ ਕੇ ਪੈਸੇ ਦੇਈਆਂ, ਇਕੱਠਾ ਕੀਤਾ। ਇਸ ਤੋਂ ਇਲਾਵਾ ਮਿਲੀਅਨ ਤੋਂ ਲੈ ਕੇ 11 ਲੱਖ ਡਾਲਰ ਦਾ ਕੰਮ ਜਿਹੜੀਆਂ ਸਾਡੇ ਬਿਲਡਰ ਭਰਾ ਆ, ਜਿਨ੍ਹਾਂ ਨੂੰ ਵੀ ਅਸੀਂ ਰਾਤ ਨੂੰ ਫੋਨ ਕੀਤਾ, ਉਹਨਾਂ ਨੇ ਮਿਲੀਅਨ ਤੋਂ ਲੈ ਕੇ 11 ਲੱਖ ਦਾ ਜਿਹੜਾ ਕੰਮ ਆ ਇਸ ਗੁਰੂ ਘਰ ਵਿੱਚ ਫ੍ਰੀ ਕੀਤਾ। ਇਤਿਹਾਸਕ ਤੌਰ 'ਤੇ ਇਹ ਗੁਰਦੁਆਰਾ ਅੱਗੇ ਹੀ ਸਾਰੇ ਸੰਸਾਰ ਦੇ ਵਿੱਚ ਜਾਣਿਆ ਜਾਂਦਾ ਆ, ਪਰ ਹੁਣ ਇਸ ਦੀ ਵਧੀਆ ਦਿੱਖ ਕਰਕੇ ਇਹ ਅੱਜ ਸਾਰੇ ਸੰਸਾਰ ਦੇ ਜਿਹੜੇ ਚੋਟੀ ਦੇ ਗੁਰਦੁਆਰੇ ਆ ਉਹਦੇ ਵਿੱਚ ਇਹਨਾਂ ਦਾ ਨਾਂ ਆ ਗਿਆ। ਔਰ ਇਹ ਸਭ ਕੁਝ ਤਾਂਹੀਓ ਸੰਭਵ ਹੋ ਸਕਿਆ। ਅਸੀਂ ਜਿੱਥੇ 15 ਮੈਂਬਰੀ ਸਾਡੀ ਪਹਿਲੀ ਐਗਜ਼ੈਕਟਿਵ 15 ਮੈਂਬਰਾਂ ਦੀ, ਉਹਦੇ ਨਾਲ ਸਾਡੀ 50 ਮੈਂਬਰੀ ਐਡਵਾਈਜ਼ਰੀ ਕਮੇਟੀ ਆ, ਔਰ ਸਾਡੇ ਨਾਲ 50-60 ਬੰਦਿਆਂ ਦਾ ਗਰੁੱਪ ਆ ਜੰਗ ਦਾ, ਜਿਹੜੇ ਰਾਤੋਂ ਰਾਤ ਕਹੀਏ ਤਾਂ ਕੋਈ ਬਿਲਡਿੰਗ ਖੜੀ ਕਰਨੀ ਆ, ਰਾਤੋਂ ਰਾਤ ਖੜੀ ਕਰ ਦੇਣਗੇ। ਸੱਜੇ ਪਾਸੇ ਟੈਂਟ ਲਾਇਆ ਗਿਆ ਜਿਹਦਾ ਕਿ 50,000 ਡਾਲਰ ਮੰਗਦੇ ਸੀ, ਜਿਹਨੂੰ 2 ਦਿਨਾਂ ਦੇ ਵਿੱਚ ਉਹਨਾਂ ਨੇ ਖੜਾ ਕਰ ਦਿੱਤਾ। ਔਰ ਅੰਦਰ ਸਕੈਫੋਲਡ ਲਾਏ ਸੀਗੇ, ਜਿਹੜੀ ਸਕੈਫੋਲਡ ਕੰਪਨੀ ਆ ਉਹ 25,000 ਡਾਲਰ ਮੰਗਦੀ ਸੀ ਲਾਉਣ ਦਾ, ਅਤੇ 2 ਹਫ਼ਤੇ ਦਾ ਟਾਈਮ ਮੰਗਦੀ ਸੀ, ਪਰ ਸਾਡੇ ਨੌਜਵਾਨਾਂ ਨੇ ਉਹਨੂੰ 2 ਦਿਨ ਦੇ ਵਿੱਚ ਮਤਲਬ ਲਾ ਕੇ ਉਹਨੂੰ ਚੱਕ ਕੇ ਵਾਪਸ ਉਹਨਾਂ ਦੇ ਛੱਡ ਆਂਦਾ। ਸੋ ਸਾਡੇ ਪਾਸ ਇੱਦਾਂ ਦੇ ਨੌਜਵਾਨ ਔਰ ਇੱਦਾਂ ਦੇ ਸੀਨੀਅਰ ਜਿਨ੍ਹਾਂ ਦੇ ਪਾਸ ਤਜਰਬਾ ਹੈ, ਤਜਰਬੇ ਵਾਲੇ ਅਤੇ ਐਨਰਜੀ ਵਾਲੇ ਦੀ ਟੀਮ ਹੈ। ਔਰ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਟਰਾਈ ਕਰਾਂਗੇ ਗੁਰਦੁਆਰੇ ਦੀ ਦਿੱਖ ਨੂੰ ਹੋਰ ਵੀ ਵਧੀਆ ਬਣਾਈਏ। ਆਹ ਪਲਾਨ ਹੈ ਜਿੱਥੇ ਅਸੀਂ ਖੜ੍ਹੇ ਹਾਂ, ਜਿਹੜਾ ਗਾਰਡਨ ਹੈ ਇੱਧਰ ਨੂੰ ਹੋਰ ਡਿਵੈਲਪ ਕੀਤਾ ਜਾਊਗਾ। ਸੱਜੇ ਪਾਸੇ ਜੋ ਬਿਲਡਿੰਗ ਹੈ ਉਹ ਅਸੀਂ ਕਮੇਟੀ ਦੀਆਂ ਮੀਟਿੰਗਾਂ ਸੱਦਾਂਗੇ ਔਰ ਉਹਨਾਂ ਦੇ ਨਾਲ ਸਾਰੀ ਕਮੇਟੀ ਨਾਲ ਵਿਚਾਰਾਂ ਕਰਕੇ ਉਹਦੀ ਰੀਜ਼ੋਨਿੰਗ ਕਰਾਵਾਂਗੇ। ਰੀਜ਼ੋਨ ਕਰਕੇ, ਕਿਉਂਕਿ ਲੰਮਾ ਪ੍ਰੋਜੈਕਟ ਹੈ, ਉਸਨੂੰ 5-6 ਸਾਲ ਲੱਗ ਸਕਦੇ ਆ। ਔਰ ਇੱਥੇ ਵੀ ਇਹ ਜਿਹੜੀ ਜਗ੍ਹਾ ਆ ਇਹਦਾ ਵੱਧ ਤੋਂ ਵੱਧ ਯੂਜ਼ ਕਰਕੇ ਵੱਧ ਤੋਂ ਵੱਧ ਜੋ ਵੀ ਵਧੀਆ ਚੀਜ਼ ਕਮੇਟੀ ਲਈ ਬਣ ਸਕੀ ਉਹ ਅਸੀਂ ਨਹੀਂ ਕਰਾਂਗੇ, ਸਾਰੀ ਕਮੇਟੀ ਦੀਆਂ ਮੀਟਿੰਗਾਂ ਸੱਦਾਂਗੇ ਔਰ ਉਹਨਾਂ ਦੀ ਸਲਾਹ ਲਵਾਂਗੇ। ਰਿਚਮੰਡ ਦੇ ਵਿੱਚ ਪ੍ਰਾਪਰਟੀ ਆ, ਕੁਝ ਮੇਰੇ ਵੀਰ ਰੇਡੀਓ 'ਤੇ ਗਏ ਸਨ, ਉਹ ਕਹਿੰਦੇ ਕਿ ਅਸੀਂ ਉੱਥੇ ਯੂਨੀਵਰਸਿਟੀ ਬਣਾ ਦੇਣੀ ਆ। ਮੇਰੇ ਵੀਰ ਯੂਨੀਵਰਸਿਟੀ ਕਿੱਦਾਂ ਬਣਾਉਣਗੇ? ਉੱਥੇ ਤਾਂ ਆਪਣੇ ਜਿਹੜੀ ਜ਼ਮੀਨ ਆ ਉਹ 2040 ਤੱਕ ਫਰੀਜ਼ ਕੀਤੀ ਗਈ ਆ, ALR ਦੇ ਵਿੱਚ ਹੈ। ਪਹਿਲਾਂ ਉਹਨੂੰ ਕਢਾਉਣ ਦੀ ਕੋਸ਼ਿਸ਼ ਕਰੀਏ, ਫਿਰ ਸੋਚੀਏ ਕਿ ਅਸੀਂ ਉੱਥੇ ਕੀ ਬਣਾਉਣਾ ਹੈ। ਬਾਕੀ ਅਸੀਂ ਕੁਰਸੀਆਂ ਲਈ ਵਚਨਬੱਧ ਆ। ਜਿਹੜੀਆਂ ਕੁਰਸੀਆਂ ਅੱਗੇ ਇੱਥੇ ਮਰਿਆਦਾ ਚੱਲੀ ਆ ਰਹੀ ਆ ਉਹੋ ਹੀ ਚੱਲੇਗੀ। ਸਾਡੇ ਜਿਹੜੇ ਦੂਸਰੇ ਵੀਰ ਆ ਉਹ ਕਹਿੰਦੇ ਕਿ ਅਸੀਂ 20 ਕੁਰਸੀਆਂ ਰੱਖਾਂਗੇ, ਪਰ ਉਹ ਸਹਿਰਦ ਨਹੀਂ ਗੇ। ਜੇ ਸੂਰੀ ਸਾਹਿਬ ਤੁਸੀਂ ਸਹਿਰਦ ਹੋ ਅਤੇ ਸਵੇਰ ਨੂੰ ਜਾ ਕੇ ਰੇਡੀਓ 'ਤੇ ਜਾਂ ਪਬਲਿਕਲੀ ਇਹ ਅਨਾਊਂਸਮੈਂਟ ਕਰੋ ਕਿ ਅਸੀਂ ਜਿਹੜਾ 1998 'ਚ ਹੁਕਮਨਾਮਾ ਆਇਆ ਸੀ ਉਹਨੂੰ ਨਹੀਂ ਮੰਨਦੇ, ਔਰ ਜਿਹੜੇ ਵੀ ਵਿਅਕਤੀਆਂ ਨੂੰ ਉਸ ਸਮੇਂ ਪੰਥ 'ਚੋਂ ਛੇਕਿਆ ਗਿਆ ਹੈ ਉਹਨਾਂ ਨੂੰ ਵਾਪਸ ਲਓ। ਇਹ ਲੈਟਰ ਲਿਖੋ, ਫਿਰ ਅਸੀਂ ਮੰਨਾਂਗੇ ਕਿ ਤੁਸੀਂ ਵਾਕਿਆ ਹੀ ਕੁਰਸੀਆਂ ਰੱਖਣ ਲਈ ਸਹਿਰਦ ਹੋ। ਸਿਰਫ ਕੇਵਲ ਵੋਟਾਂ ਬਟੋਰਨ ਲਈ ਨਾਅਰੇ ਨਾ ਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰਾ ਤੇ ਕਸ਼ਮੀਰ ਸਿੰਘ ਧਾਲੀਵਾਲ ਨੇ ਆਪ ਸੰਗਤਾਂ ਨੂੰ ਦੱਸ ਦਿੱਤਾ ਵਿੱਚ ਹੈ। ਇਹਦੇ ਵਿੱਚ ਮੈਂ ਐਡ ਇਹ ਕਰਨਾ ਚਾਹੁੰਦਾ, ਜਿਹੜੇ ਨੌਜਵਾਨਾਂ ਦੀ ਟੀਮ ਹੈ 40-50 ਨੌਜਵਾਨ, ਉਹਨਾਂ ਨੂੰ ਜਦੋਂ ਵੀ ਕਿਹਾ ਗਿਆ ਵੀ ਆਹ ਕੰਮ ਕਰਨਾ ਆ, ਕੰਕਰੀਟ ਦਾ ਕੰਮ ਆ, ਉਹ ਆਪਣੇ ਸਾਰੇ ਕੰਮਕਾਰ ਛੱਡ ਕੇ
ਪਹਿਲਾਂ ਉਹਨਾਂ ਨੇ ਪ੍ਰੈਫਰ ਗੁਰਦੁਆਰਾ ਸਾਹਿਬ ਦੀ ਜੋ ਆਪ ਕੰਮ ਦੇ ਉਹਦੇ ਵਿੱਚ ਉਹਨਾਂ ਨੇ ਆਪਣਾ ਇੰਨਾ ਸਹਿਯੋਗ ਪਾਇਆ, ਸਾਰੇ ਕੰਮਕਾਰਾਂ ਨੂੰ ਛੱਡ ਕੇ ਪਹਿਲ ਗੁਰਦੁਆਰਾ ਸਾਹਿਬ ਦੇ ਵਿੱਚ ਦਿੱਤੀ ਆ। ਉਸ ਤੋਂ ਉਪਰੰਤ ਜੋ ਬਿਜ਼ਨਸਮੈਨ ਵੀ ਕਮੇਟੀ ਦੇ ਵਿੱਚ ਹਨ, ਉਹਨਾਂ ਨੇ ਵੀ ਆਪਣਾ ਜੋ ਇੰਨਾ ਯੋਗਦਾਨ ਪਾਇਆ ਕਿ ਉਹਨਾਂ ਨੇ ਆਪਣੇ ਕੰਮਾਂ-ਕਾਰਾਂ ਦੇ ਵਿੱਚੋਂ ਵੀ ਛੱਡ ਕੇ ਕੰਮ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਬੜਮੁੱਲਾ ਯੋਗਦਾਨ ਪਾਇਆ। ਤੇ ਬਾਕੀ ਦਾਨੀ ਸੱਜਣ ਜੋ ਆਪਣੀ ਕਮੇਟੀ ਦੇ ਵਿੱਚ ਬਹੁਤ ਮੰਨੇ ਪ੍ਰਮੰਨੇ ਹਨ, ਜਿਨ੍ਹਾਂ ਕੋਲ ਵੀ ਇਹ ਕਸ਼ਮੀਰ ਸਿੰਘ ਧਾਲੀਵਾਲ ਜਾਂ ਮਲਕੀਤ ਸਿੰਘ ਜੀ ਧਾਮੀ ਜਾਂ ਜਰਨੈਲ ਸਿੰਘ ਜੀ ਪੰਡਾਲ ਜਾਂ ਹੋਰ ਸਾਰੇ ਜੋ ਸਾਡੇ ਕਮੇਟੀ ਦੇ ਪਤਵੰਤੇ ਹਨ, ਉਹਨਾਂ ਦੇ ਕੋਲ ਰਿਕੁਐਸਟ ਕੀਤੀ ਕਿ ਗੁਰਦੁਆਰਾ ਸਾਹਿਬ ਦੀ ਮਾਇਆ ਦੀ ਲੋੜ ਹੈ। ਬਹੁਤ ਸਾਰੇ ਸੱਜਣਾਂ ਨੇ ਇਸ ਤਰ੍ਹਾਂ ਕਿਹਾ ਵੀ ਆਹ ਚੈੱਕ ਪਈ ਆ, ਤੁਸੀਂ ਜੋ ਜਿੰਨਾ ਵੀ ਕਰ ਲਓ ਵੀ ਤੁਸੀਂ ਆਪਣੀ ਜਿੱਦਾਂ ਸ਼ਰਧਾ ਹਿਸਾਬ ਨਾਲ ਭਰ ਲਓ। ਬਹੁਤ ਸਾਰੇ ਸੱਜਣਾਂ ਨੇ ਉਹਦੀ ਵੀ ਲਿਸਟ ਤੁਹਾਨੂੰ ਦੱਸਾਂਗੇ, ਸੰਗਤਾਂ ਦੇ ਸਾਹਮਣੇ ਕਰਾਂਗੇ ਕਿੰਨਾ ਕਈ ਬੰਦਿਆਂ ਨੇ ਇਹਨਾਂ ਦੇ ਵਿੱਚ ਲੱਖ ਡਾਲਰ ਵੀ ਆਪਣੀ ਨੇਕ ਕਮਾਈ ਦੇ ਬਦਲੇ ਦਿੱਤਾ। ਅਸੀਂ ਉਹਨਾਂ ਸੰਗਤਾਂ ਦੇ ਬਹੁਤ ਧੰਨਵਾਦੀ ਹਾਂ। ਜੋ ਇੱਕ ਬਹੁਤ ਵੱਡਾ ਪ੍ਰੋਜੈਕਟ ਸੀ ਇਹ, ਉਹਨਾਂ ਨੇ ਲਾ ਕੇ ਤੋਂ ਜੋ ਕਰਜ਼ੇ ਤੋਂ ਮੁਕਤ 9,87,000 ਤਾਂ ਲੋਕਾਂ ਦੇ ਘਰਾਂ ਦੇ ਕਰਜ਼ੇ ਆ, ਤੇ ਹੁਣ ਜੀ 6 ਲੱਖ ਦੀ ਕਹਿੰਦੇ 6 ਲੱਖ ਕੋਲ ਪਿਆ ਸਾਡੇ ਕੋਲ, ਕਿਉਂਕਿ ਇਹ ਗੁਰਦੁਆਰੇ ਦਾ ਬਹੁਤ ਵੱਡਾ ਪ੍ਰੋਜੈਕਟ ਆ। ਇਹਦੇ ਵਿੱਚ 5-6 ਲੱਖ ਤਾਂ ਤੁਹਾਨੂੰ ਰੱਖਣਾ ਹੀ ਪੈਂਦਾ, ਕੋਈ ਰਿਪੇਅਰ ਦੀ ਜ਼ਰੂਰਤ ਆ ਜਾਂਦੀ ਆ ਜਾਂ ਕੋਈ ਹੋਰ ਪ੍ਰੋਜੈਕਟ ਆ ਜਾਂਦੇ ਆ, ਜਾਂ ਜੋ ਮਿਊਜ਼ੀਅਮ ਆ ਉਹਦੇ ਵਿੱਚ 에ਅਰ ਕੰਡੀਸ਼ਨ ਦਾ ਪ੍ਰੋਜੈਕਟ ਹਾਲੇ ਪਾਸ ਕਰਨਾ ਆ, ਜਾਂ ਹੋਰ ਵੀ ਇੰਨਾ ਐਡੀ ਵੱਡੀ ਸੁਸਾਇਟੀ ਨੂੰ 5-6 ਲੱਖ ਤਾਂ ਰੱਖਣਾ ਹੀ ਪੈਂਦਾ ਆ। ਜਾਂ ਹੁਣ ਮੇਰੇ ਵੀ ਰੇਡੀਓ ਤੋਂ ਕਹਿੰਦੇ ਆ ਜੀ ਉਹ 5 ਲੱਖ ਕਿਉਂ ਨਹੀਂ ਦਿੱਤਾ ਜਦੋਂ ਮੋਰਗੇਜ ਦਿੱਤੀ, ਕਿਉਂਕਿ ਐਡੀ ਵੱਡੀ ਸੁਸਾਇਟੀ ਨੂੰ ਇੰਨੀ ਕੁ ਮਾਇਆ ਰੱਖਣੀ ਹੀ ਪੈਂਦੀ ਹੈ। ਤੇ ਇੰਨਾ ਵੱਡਾ ਪ੍ਰੋਜੈਕਟ ਕਰਕੇ ਵੀ 9,87,000 ਪਲੱਸ ਜੋ 6 ਲੱਖ ਕੋਲ ਹੱਲੇ ਪਿਆ ਹੈਗਾ ਆ, ਉਹਦੇ ਵਿੱਚੋਂ 2 ਸਾਲ ਤੁਸੀਂ ਮਾਈਨਸ ਕਰੋ ਜਿਹੜੇ ਕੋਵਿਡ ਦੇ ਆਏ ਆ। ਅਗਰ ਜੇਕਰ ਕੋਵਿਡ ਦੇ ਵਿੱਚ ਸਾਰੇ ਪ੍ਰੋਗਰਾਮ ਬੰਦ ਹੋ ਗਏ, ਵਿਆਹਾਂ ਦੇ ਕਾਰਜ ਬੰਦ ਹੋਏ ਆ, ਤੇ ਜੇ ਉਹ ਸਮਾਂ ਵੀ ਕਹਿੰਦੇ ਅੱਜ ਨੂੰ ਤਾਂ ਗੁਰਦੁਆਰਾ ਸਾਹਿਬ ਫ੍ਰੀ ਹੋ ਕੇ ਹੋਰ ਪੈਸੇ ਆਉਣੇ ਸੀ। ਸੋ ਮੈਂ ਇੰਨਾ ਹੀ ਕਹਿੰਦਾ ਹੋਇਆ ਬਹੁਤ ਧੰਨਵਾਦੀ ਹਾਂ ਸਾਡੇ ਮਾਨਯੋਗ ਸਾਡੇ ਮਲਕੀਤ ਸਿੰਘ ਜੀ ਧਾਮੀ, ਕਿਉਂਕਿ ਉਹਨਾਂ ਨੂੰ ਕੰਸਟਰਕਸ਼ਨ ਦਾ ਬਹੁਤ ਤਜਰਬਾ ਆ। ਉਹਨਾਂ ਦੀ ਅਗਵਾਈ ਦੇ ਵਿੱਚ ਜੋ ਸਾਰੀ ਟੀਮ, ਸਮੁੱਚੀ ਟੀਮ ਜਾਂ ਪਿੱਛੇ ਜੋ ਸਾਡੇ ਐਡਵਾਈਜ਼ਰ ਹਨ, ਉਹਨਾਂ ਨੇ ਜੋ ਕੰਮ ਕੀਤਾ ਬਹੁਤ ਧੰਨਤਾ ਦੇ ਯੋਗ ਹਨ। ਸਮੂਹ ਸੰਗਤਾਂ ਬਹੁਤ ਧੰਨਵਾਦ ਆ, ਜਿਨ੍ਹਾਂ ਨੇ ਮਾਇਆ ਦੇ ਪੱਖੋਂ ਔਰ ਆਪਣੀ ਵਰਕ ਫੋਰਸ ਦੇ ਪੱਖੋਂ ਤਨੋ ਮਨੋ ਤੇ ਧਨੋ ਇੱਕ ਕਰਕੇ ਜੋ ਗੁਰਦੁਆਰਾ ਸਾਹਿਬ ਦੀ ਸਾਰੀ ਦੇ ਵਿੱਚ ਯੋਗਦਾਨ ਪਾਇਆ ਹੈ। ਸਮੂਹ ਸੰਗਤਾਂ ਦਾ ਅਤੇ ਸਮੁੱਚੇ ਸੇਵਾਦਾਰਾਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਮੈਂ 1-2 ਗੱਲਾਂ ਹੋਰ ਐਡ ਕਰਨੀਆਂ ਚਾਹੁੰਦਾ। ਆਪਾਂ ਜਿੱਥੇ ਖੜੇ ਹਾਂ ਸੱਜੇ ਪਾਸੇ ਖਾਲਸਾ ਦੀਵਾਨ ਸੋਸਾਇਟੀ ਰੋਡ ਹੈ, ਜਿਹਦਾ ਨਾਂ ਰੌਸ ਸਟਰੀਟ ਸੀ, ਔਰ 2016 ਦੇ ਵਿੱਚ ਇਹਦਾ ਨਾਂ ਜੋ ਚੇਂਜ ਕਰਕੇ ਖਾਲਸਾ ਦੀਵਾਨ ਰੋਡ ਰੱਖਿਆ ਗਿਆ। ਇਸ ਤੋਂ ਇਲਾਵਾ ਦੂਜੇ ਪਾਸੇ 2 ਗਰਾਜ ਬਣਾਏ ਗਏ ਔਰ 1.5 ਲੱਖ ਰੁਪਈਆ 1.5 ਲੱਖ ਡਾਲਰ ਫਲੋਰ ਦੇ ਉੱਤੇ ਲਾਇਆ ਗਿਆ। ਇਸ ਤੋਂ ਇਲਾਵਾ ਹੋਰ ਵੀ ਜਿਹੜੇ ਕੰਮ ਆ ਆਪਣੇ ਗੁਰੂ ਘਰ ਦੇ ਵਿੱਚ ਹੋਣ ਵਾਲੇ ਸੀਗੇ, ਵੱਧ ਤੋਂ ਵੱਧ ਯੋਗਦਾਨ ਪਾਇਆ। ਪਰ ਦੂਸਰੇ ਪਾਸੇ ਮੇਰੇ ਵੀਰ ਸੂਰੀ ਸਾਹਿਬ ਕਹਿੰਦੇ ਹਨ ਕਿ ਉਹ ਸਾਡੀ ਟੀਮ ਸੇਵਾ ਦੇ ਮੈਂਬਰ ਹਨ। ਬਿਲਕੁਲ ਗਲਤ ਕਹਿ ਰਹੇ ਹਨ, ਉਹ ਟੀਮ ਸੇਵਾ ਦੇ ਮੈਂਬਰ ਨਹੀਂ। ਟੀਮ ਸੇਵਾ ਦਾ ਪ੍ਰਧਾਨ ਰਮਨ ਹੁੰਦਲ ਹੈ, ਉਸ ਨੂੰ ਤੁਸੀਂ ਉਸ ਤੋਂ ਇਸ ਬਾਰੇ ਪਤਾ ਕਰ ਸਕਦੇ ਹੋ। ਔਰ ਇਸ ਤੋਂ ਇਲਾਵਾ ਉਹ ਕਹਿ ਰਹੇ ਆ ਕਿ ਅਸੀਂ ਵੀ ਯੋਗਦਾਨ ਪਾਇਆ। ਬਿਲਕੁਲ ਉਹਨਾਂ ਨੇ ਪਾਇਆ ਯੋਗਦਾਨ, ਕੋਈ 4-5 ਹਜ਼ਾਰ ਡਾਲਰ ਦਾ ਪਾਇਆ ਹੋਊਗਾ। ਉਹ ਮੈਨੂੰ ਇਹਨਾਂ ਤੋਂ ਇੱਕ ਬੀਬੀਆਂ ਦੀ ਗੱਲ ਚੇਤੇ ਆ ਗਈ। 2 ਬੀਬੀਆਂ ਨੇ ਕਿਤੇ 21 ਡਾਲਰ ਦਾਨ ਕੀਤਾ, ਤੇ ਜਦੋਂ ਦਾਨ ਕਰਕੇ ਆਈਆਂ ਤਾਂ ਵਾਪਸ ਦੂਜੀਆਂ ਬੀਬੀਆਂ ਨੂੰ ਪੁੱਛਿਆ ਕਿੰਨਾ ਦਾਨ ਕੀਤਾ। ਜਿਹਨੇ 19 ਪਾਏ ਸੀ ਉਹ ਤਾਂ ਬੋਲੇ ਨਾ, ਜਿਹਨੇ 2 ਪਾਏ ਸੀ ਉਹ ਕਹੀ ਜੇ ਰਲ ਵੱਲ ਭੈਣਾਂ ਨੇ 21 ਪਾਤੀ। ਸੋ ਇਹ ਜਿਹੜਾ ਸਿਹਰਾ ਆਪਣੇ ਸਿਰ ਬੰਨ੍ਹਣਾ ਚਾਹੁੰਦੇ ਆ, ਇਹ ਸੰਗਤਾਂ ਨੇ ਪੈਸੇ ਦਿੱਤੇ, ਅਸੀਂ ਵੀ ਕੁਛ ਨਹੀਂ ਗਏ। ਅਸੀਂ ਸੰਗਤਾਂ ਦੇ ਕੋਲ, ਤੁਹਾਡੇ ਕੋਲ ਜਾਣ ਦੀ ਸਮਰੱਥਾ ਚਾਹੀਦੀ ਆ। ਅਸੀਂ ਲੋਕਾਂ ਦੇ ਕੋਲ ਗਏ, ਲੋਕਾਂ ਨੂੰ ਰਿਕੁਐਸਟ ਕੀਤੀ ਔਰ ਲੋਕਾਂ ਨੇ ਸਾਡਾ ਮਾਣ ਰੱਖਿਆ। ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ। ਅਗਰ ਸਾਡੀ ਕਮੇਟੀ ਚੁਣੀ ਜਾਂਦੀ ਆ, ਆਉਣ ਵਾਲੇ ਸਮੇਂ ਵਿੱਚ ਵੀ ਇਸ ਤੋਂ ਵੀ ਵਧੀਆ ਕੰਮ ਕਰਕੇ ਦਿਖਾਵਾਂਗੇ। ਟੀਮ ਸੇਵਾ ਦੇ ਵਿੱਚੋਂ ਅਸੀਂ 2 ਮੈਂਬਰ ਵੀ ਲਏ ਆ ਜਿਹੜੇ ਕਿ ਵੱਧ ਤੋਂ ਵੱਧ ਯੋਗਦਾਨ ਪਾਉਣਗੇ ਸੇਵਾ ਦੇ ਵਿੱਚ।
ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ। ਸੋ ਜਿਵੇਂ ਮੈਂਬਰਾਂ ਨੇ ਬਿਆਨ ਕੀਤਾ, ਦੱਸਿਆ ਕਿ ਕਿਹੜੇ-ਕਿਹੜੇ ਕੰਮ ਕੀਤੇ ਗਏ ਆ, ਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਕਮਿਊਨਿਟੀ ਦੇ ਨਾਲ, ਕਮਿਊਨਿਟੀ ਦੇ ਯਤਨਾਂ ਦੇ ਨਾਲ ਹੀ ਜਿਹੜਾ ਹੈ ਗੁਰਦੁਆਰਾ ਸਾਹਿਬ ਦੀ ਸੇਵਾ ਦਾ ਕੰਮ ਚੱਲ ਰਿਹਾ। ਪਰ ਕਮਿਊਨਿਟੀ ਜਦੋਂ ਸੇਵਾ ਦਿੰਦੀ ਹੈ ਤਾਂ ਉਹਦਾ ਹਿਸਾਬ ਕਿਤਾਬ, ਟਰਾਂਸਪੇਰੈਂਸੀ, ਕਿੱਥੇ ਲਾਉਣਾ, ਇਹ ਮੈਂਬਰਾਂ ਦਾ ਹੀ ਕੰਮ ਹੁੰਦਾ। ਸੋ ਮੈਂਬਰ ਉਹ ਹੋਣੇ ਚਾਹੀਦੇ ਆ ਜਿਹੜੇ ਸੁਹਿਰਦ ਹੋਣ। ਹੁਣ ਅਸੀਂ ਤੁਹਾਨੂੰ ਤੁਹਾਡੇ ਸਾਹਮਣੇ ਰੱਖ ਦਿੱਤੇ ਆ ਕਿ ਇਹਨਾਂ ਨੇ ਕਿਹੜੇ-ਕਿਹੜੇ ਕੰਮ ਕੀਤੇ। ਹੁਣ ਤੁਸੀਂ ਚੁਣਨਾ, ਆਖਰੀ ਫੈਸਲਾ ਤੁਹਾਡਾ ਹੋਵੇਗਾ। ਜੇ ਤੁਸੀਂ ਮੈਂਬਰ ਆ ਤਾਂ ਜ਼ਰੂਰ ਪਹੁੰਚੋ 5 ਤਰੀਕ ਨੂੰ ਤੇ ਵੋਟਾਂ ਜ਼ਰੂਰ ਪਾਓ। ਜਿਹੜਾ ਵੀ ਤੁਹਾਨੂੰ ਕੈਂਡੀਡੇਟ ਵਧੀਆ ਲੱਗਦਾ ਉਹਨੂੰ ਵੋਟ ਪਾਓ ਤੇ ਜਿਤਾਓ, ਤਾਂ ਕਿ ਖਾਲਸਾ ਦੀਵਾਨ ਸੁਸਾਇਟੀ, ਇਹਦਾ ਨਾਮ ਕਮਿਊਨਿਟੀ ਦੇ ਵਿੱਚ ਤੇ ਇਹ ਹਮੇਸ਼ਾ ਵਧੀਆ ਕੰਮ ਕਰਦਾ ਰਹੇ। ਸਾਧ ਸੰਗਤ ਜੀ, ਸਾਰੇ ਹੀ ਧਾਰਮਿਕ ਪ੍ਰੋਗਰਾਮ ਤੇ ਨੌਜਵਾਨ ਪੀੜ੍ਹੀ ਨੂੰ ਗੁਰਦੁਆਰਾ ਸਾਹਿਬ ਜੀ ਦੇ ਨਾਲ, ਮਾਂ ਬੋਲੀ ਦੇ ਨਾਲ ਜੋੜਨ ਦੇ ਉਪਰਾਲੇ ਬਹੁਤ ਚੜ੍ਹਦੀ ਕਲਾ ਦੇ ਨਾਲ ਕੀਤੇ ਜਾਂਦੇ ਹਨ ਤੇ ਕੀਤੇ ਜਾਂਦੇ ਰਹਿਣਗੇ। 5 ਸਕੂਲਾਂ 'ਚ ਲਾਗੇ ਪੰਜਾਬੀ ਪੜ੍ਹਾਈ ਜਾਂਦੀ ਹੈ। ਜੋ ਟੀਚਰ ਖਾਲਸਾ ਦੀਵਾਨ ਸੁਸਾਇਟੀ ਦੀ ਪੇਰੋਲ ਤੇ ਹਨ, ਇੱਥੋਂ ਭੇਜੇ ਜਾਂਦੇ ਹਨ। ਬੱਚਿਆਂ ਨੂੰ ਕੀਰਤਨ ਸਿਖਾਇਆ ਜਾਂਦਾ ਹੈ, ਸੰਥਿਆ ਦੀਆਂ ਕਲਾਸਾਂ ਲੱਗਦੀਆਂ ਹਨ। ਖੇਡਾਂ ਬੜੇ ਚੜ੍ਹਦੀ ਕਲਾ ਦੇ ਨਾਲ 1964-65 ਤੋਂ ਕਰਵਾਈਆਂ ਜਾਂਦੀਆਂ ਹਨ ਅਤੇ ਬੱਬਰ ਸ਼ਹੀਦਾਂ ਦੀ ਯਾਦ ਵਿੱਚ ਸਾਡੇ ਜਿਹੜੇ ਸੌਕਰ ਇੱਥੇ ਸ਼ੁਰੂ ਕਰਨ ਵਾਲੇ ਸਾਡੇ ਸਾਬਕਾ ਪ੍ਰਧਾਨ ਸੋਹਣ ਸਿੰਘ ਜੀ ਦਿਓ ਹੋਣੀ ਹਨ, ਜੋ ਅੱਜ ਸਾਡੀਆਂ ਬੱਚੀਆਂ ਤੇ ਸਾਡੇ ਨੌਜਵਾਨ ਕੈਨੇਡਾ ਦੀ ਟੀਮ ਵਿੱਚ ਚੁਣੇ ਜਾ ਰਹੇ ਹਨ। ਰੈਸਲਿੰਗ ਵਿੱਚ ਇਸੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਈ, ਜਿਹਦਾ ਫਲ ਅੱਜ ਕੱਲ੍ਹ ਇਹ ਹੈ ਕਿ ਕਾਮਨਵੈਲਥ ਗੇਮਾਂ 'ਚ ਸਾਡੇ 2 ਨੌਜਵਾਨਾਂ ਨੇ, ਅਮਰਵੀਰ ਢੇਸੀ ਤੇ ਨਿਸ਼ਾਨ ਰੰਧਾਵਾ ਨੇ 골ਡ ਮੈਡਲ ਜਿੱਤੇ ਹਨ ਅਤੇ ਫੂਲਕਾ ਨੇ ਬ੍ਰੌਂਜ਼ ਮੈਡਲ ਜਿੱਤਿਆ। ਉਹਨਾਂ ਤਿੰਨਾਂ ਨੂੰ ਖਾਲਸਾ ਦੀਵਾਨ ਸੁਸਾਇਟੀ ਨੇ ਸਨਮਾਨਿਤ ਕੀਤਾ ਹੈ। ਇਸੇ ਤਰ੍ਹਾਂ ਹਰ ਪ੍ਰੋਗਰਾਮ ਧਾਰਮਿਕ ਹੋਵੇ, ਸਮਾਜਿਕ ਹੋਵੇ, ਕੋਈ ਕਾਰਜ ਕੋਈ ਵੀ ਕਸ਼ਮੀਰ ਸਿੰਘ ਨੂੰ ਤੇ ਸਾਡੇ ਜੋ ਪ੍ਰਧਾਨ ਸਾਹਿਬ ਕੁਲਦੀਪ ਸਿੰਘ ਜੀ ਥਾਂਦੀ ਹਨ, ਸਮਾਜ ਦਾ ਕੋਈ ਕੰਮ ਆ ਕੇ ਕਹਿ ਦਿਓ, ਇਹ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਆਪਣੀਆਂ ਜੁੱਤੀਆਂ ਤੜਾ ਲੈਂਦੇ ਹਨ, ਸੰਗਤਾਂ ਦੀ ਸੇਵਾ ਕਰਦੇ ਹਾਂ। ਸੋ ਇਸੇ ਹੀ ਤਰ੍ਹਾਂ ਇਹ ਜਾਰੀ ਰਹੂ ਸਭ ਕੁਝ ਜੀ। ਤੁਸੀਂ ਜ਼ਰੂਰ 5 ਤਰੀਕ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਚੜ੍ਹਦੀ ਕਲਾ ਦੇ ਨਾਲ ਆਉਣਾ। ਕਿਸੇ ਪ੍ਰਚਾਰ ਜਿਹੜਾ ਉਲਟ ਸਾਡੇ ਕਰ ਰਹੇ ਉਹਨਾਂ ਦੇ ਤੋਂ ਗਮਰਾਹ ਨਹੀਂ ਹੋਣਾ ਤੇ ਇਹਨਾਂ ਕੁਰਸੀਆਂ ਤੇ ਮੇਜ਼ਾਂ ਤੇ ਇੱਦਾਂ ਹੀ ਪ੍ਰਸ਼ਾਦਾ ਛਕਣਾ ਤੇ ਚੜ੍ਹਦੀ ਕਲਾ ਦੇ ਨਾਲ ਆਓ। ਵੋਟਾਂ ਕੁਲਦੀਪ ਸਿੰਘ ਜੀ ਥਾਂਦੀ ਤੇ ਉਹਨਾਂ ਦੇ ਨਾਲ ਜਿਹੜੇ 15 ਸਾਥੀ ਬੈਲਟ ਪੇਪਰ ਦੇ ਸੱਜੀ ਸਾਈਡ ਤੇ ਹੋਣੇ ਹਨ, ਉਹਨਾਂ ਸਾਰਿਆਂ ਨੂੰ ਆਣ ਕੇ ਮਾਰਕ ਲਾਓ ਤੇ ਸੇਵਾ ਦਾ ਮੌਕਾ ਅੱਗੇ ਵੀ ਬਖਸ਼ ਦਿਓ ਤੇ ਆਉਣ ਵਾਲੇ ਸਮੇਂ 'ਚ ਵੀ ਬਖਸ਼ਦੇ ਰਹੋ। ਅਸੀਂ ਤਾਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਤੇ ਆਪਾਂ ਇੱਦਾਂ ਹੀ ਰਲ ਮਿਲ ਕੇ ਖਾਲਸਾ ਦੀਵਾਨ ਸੁਸਾਇਟੀ ਨੂੰ ਬੁਲੰਦੀਆਂ ਤੇ ਖੜਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਦੀਵਾਨ ਸੁਸਾਇਟੀ ਰੌਸ ਗੁਰੂ ਘਰ ਪਹੁੰਚੇ ਹੋਏ ਆ। ਇੱਥੇ ਚੋਣਾਂ ਨੇ 5 ਤਰੀਕ ਨੂੰ ਤੇ ਜਿਵੇਂ ਕੁਲਦੀਪ ਸਿੰਘ ਥਾਂਦੀ ਹੋਣਾ ਦੀ ਸਲੇਟ ਉਹਨਾਂ ਦੇ ਮੈਂਬਰਾਂ ਨੇ ਦੱਸਿਆ ਕਿ ਅਸੀਂ ਇਹ ਕੰਮ ਕੀਤੇ ਨੇ। ਸਾਬਕਾ ਪ੍ਰਧਾਨ ਸਾਹਿਬ ਸੋਹਣ ਸਿੰਘ ਦਿਓ ਵੀ ਇੱਥੇ ਨੇ। ਇਹਨਾਂ ਤੋਂ ਪੁੱਛਦੇ ਆ ਕਿ ਇਹਨਾਂ ਦੇ ਸਮੇਂ ਦੇ ਵਿੱਚੋਂ ਕਿਹੜੇ-ਕਿਹੜੇ ਕਾਰਜ ਹੋਏ ਆ, ਕੀ ਉਹ ਕਾਰਜ ਅੱਗੇ ਕੀਤੇ ਗਏ, ਕੀ ਇਹਨਾਂ ਨੇ ਜੋ ਪਿਛਲੇ ਸਾਲ ਸੇਵਾਵਾਂ ਨਿਭਾਈਆਂ, ਵਧੀਆ ਸੇਵਾਵਾਂ ਨਿਭਾਈਆਂ, ਇਹ ਕੀ ਕਹਿਣਾ ਚਾਹੁੰਦੇ ਨੇ। ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸਤਿ ਸ਼੍ਰੀ ਅਕਾਲ ਔਰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਕੋਈ 2012 ਤੋਂ ਲੈ ਕੇ 2014 ਤਾਈਂ ਮੈਂ ਮੁੱਖ ਸੇਵਾਦਾਰੀ ਨਿਭਾਈ ਹੈ ਔਰ ਉਸ ਟਾਈਮ ਦੇ ਵਿੱਚ ਮੇਰਾ ਖਿਆਲ ਜੇ ਤੁਸੀਂ ਕਹਿ ਲਓ ਤਾਂ ਬੜਾ ਲੱਕੀ ਈਅਰ ਸੀਗਾ। 100 ਈਅਰ ਉਹਦੇ ਵਿੱਚ ਬਵਰਾਂ ਦਾ ਆਇਆ, ਬਵਰਾਂ ਦੇ 100 ਈਅਰ ਆਇਆ। 100 ਈਅਰ ਉਹਦੇ ਵਿੱਚ ਕਾਮਾਗਾਟਾ ਮਰੂ ਦਾ ਆਇਆ ਔਰ ਜਿਨ੍ਹਾਂ ਦੇ ਅਸੀਂ ਸੁਵਨੀਅਰ ਬਣਾਏ ਗਏ ਔਰ ਸੈਮੀਨਾਰ ਕੀਤੇ ਗਏ ਔਰ 100 ਈਅਰ ਭਾਈ ਮੇਵਾ ਸ਼ਹੀਦ ਭਾਈ ਮੇਵਾ ਸਿੰਘ ਦਾ ਆਇਆ, ਉਹਦੇ ਉੱਤੇ ਵੀ ਅਸੀਂ ਸੁਵਨੀਅਰ ਬਣਾਏ ਔਰ ਸੁਵਨੀਅਰਾਂ ਦੇ ਉਹ ਤੋਂ ਬਾਅਦ ਵੀ ਅਸੀਂ ਸੈਮੀਨਾਰ ਕੀਤੇ ਗਏ ਔਰ ਜਿੰਨੀ ਵੀ ਪਿਛਲੀ ਹਿਸਟਰੀ ਆ ਉਹ ਇਹਨਾਂ 3 ਸਾਲਾਂ ਦੇ ਵਿੱਚ ਆਈ ਔਰ ਇਹ ਤੋਂ ਵੱਧ ਜਿਹੜੀ ਹੋਈ ਉਹ ਇਹ ਕਿਉਂਕਿ ਜਿਹੜੀ ਉਸ ਵੇਲੇ ਟਾਸਕ ਫੋਰਸ ਜਿਹੜੀਆਂ ਬਣਦੀਆਂ ਸੀਗੀਆਂ ਨਾ ਗੈਂਗ ਦੇ ਅਗੇਂਸਟ ਐਂਡ ਡਰੱਗ ਦੇ ਅਗੇਂਸਟ, ਇਹ 2 ਸੈਮੀਨਾਰ ਮੇਰੇ ਸਾਲਾਂ ਦੇ ਵਿੱਚ 3 ਸਾਲਾਂ ਦੇ ਵਿੱਚ ਆਏ ਆ। ਇਹ ਦੋਨੋਂ ਹੀ ਸੈਮੀਨਾਰ ਜਿਹੜੇ ਆ ਚੇਲਾ ਬੈਗ ਜਿਹੜੀ ਪੁਲਿਸ ਦਾ ਹੈੱਡਕੁਆਟਰ ਆ ਨਾ, ਉੱਥੇ ਸਾਨੂੰ ਰਾਤ ਰੱਖਿਆ ਗਿਆ ਔਰ ਪੂਰੇ ਦਿਨ ਵਿੱਚ ਉਹਦੇ ਉੱਤੇ ਵਿਚਾਰਾਂ ਕੀਤੀਆਂ ਗਈਆਂ ਕਿਉਂਕਿ ਉਸ ਵੇਲੇ ਸਾਰੇ ਗੁਰਦੁਆਰਾ ਸਾਹਿਬ ਗਏ ਹੋ ਸੀਗੇ ਔਰ ਉਹ ਬੜੇ ਉਹਨਾਂ ਦੇ ਜਿਹੜੇ ਸੁਝਾਅ ਸੀਗੇ ਉਹ ਵੀ ਸਾਨੂੰ ਦੱਸੇ ਹਾਊ ਵੀ ਕੈਨ ਸਟੇ ਅਵੇ ਫਰੋਮ ਦੈਟ ਡਰੱਗ ਔਰ ਉਹ ਫਿਰ ਸਾਨੂੰ ਕੀ ਕਰਨਾ ਚਾਹੀਦਾ, ਗੁਰਦੁਆਰਿਆਂ ਨੂੰ ਕੀ ਕਰਨਾ ਚਾਹੀਦਾ ਵੀ ਤੁਸੀਂ ਕਿੱਥੋਂ ਸਟਾਰਟ ਕਰੋ। ਤਾਂ ਉਹਨਾਂ ਨੇ ਸਾਨੂੰ ਇਹੀ ਦੱਸਿਆ ਵੀ ਜਿਹੜੇ ਤੁਹਾਡੇ ਛੋਟੇ ਨਿਆਣੇ ਸਕੂਲਾਂ ਦੇ ਵਿੱਚ ਆ ਨਾ, ਤੁਸੀਂ ਉਹਨਾਂ ਨੂੰ ਸਾਂਭਣ ਦੀ ਟਰਾਈ ਕਰੋ। ਜਿਹੜੇ ਹੁਣ ਉੱਤੇ ਚਲੇ ਗਏ ਆ
ਉਹ ਸਾਡਾ ਕੰਮ ਹੈ, ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। ਉਹ ਤੋਂ ਬਾਅਦ ਦੇਖ ਲਓ ਜੀ ਕਾਮਾਗਾਟਾ ਮਾਰੂ ਜਿਹੜਾ ਆ ਉਹ ਵੀ 100 ਈਅਰ ਆਇਆ, ਔਰ ਕਾਮਾਗਾਟਾ ਮਾਰੂ ਦਾ ਜਿਹੜਾ ਹੈਗਾ ਆ ਤੁਹਾਨੂੰ ਪਤਾ ਹੈ ਵੀ ਉਸ ਵੇਲੇ ਉਸ ਗਵਰਨਮੈਂਟ ਨੇ ਇਹ ਫੈਸਲਾ ਕਰ ਲਿਆ ਸੀਗਾ ਵੀ ਅਸੀਂ ਕਾਮਾਗਾਟਾ ਮਾਰੂ ਦੀ ਕੋਈ ਯਾਦਗਾਰ ਦੇਵਾਂਗੇ। ਉਸ ਵੇਲੇ ਟਾਊਨ ਹਾਲ ਬਹੁਤ ਹੋਈਆਂ, ਮੀਟਿੰਗਾਂ ਹੋਈਆਂ, ਪਰ ਅਖੀਰ ਗਵਰਨਮੈਂਟ ਨੇ ਦੇਖ ਲਿਆ ਵੀ ਖਾਲਸਾ ਦੀਵਾਨ ਸੋਸਾਇਟੀ ਇਜ਼ ਦਾ ਓਨਲੀ ਸੁਸਾਇਟੀ ਆ ਜਿਹੜੀ ਪੁਰਾਣੀ ਸੁਸਾਇਟੀ ਆ, ਔਰ ਉਹਨਾਂ ਨੇ ਸਾਨੂੰ 150,000 ਜਿਹੜਾ ਉਹ ਨਹੀਂ ਅਲਾਟ ਕੀਤਾ। 75,000 ਦਾ ਮਿਊਜ਼ੀਅਮ ਬਣਿਆ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ, ਔਰ 75,000 ਦਾ ਜਿੱਥੇ ਉਹ ਜਹਾਜ਼ ਆਇਆ ਸੀਗਾ ਕਨਵੈਨਸ਼ਨ ਸੈਂਟਰ ਦੇ ਨਾਲ, ਉੱਥੇ ਸਾਰਿਆਂ ਨੂੰ ਪਤਾ ਰਾਈਟ। ਉਹ ਤੋਂ ਬਾਅਦ ਫਿਰ ਜਿੰਨੇ ਵੀ ਇਹ ਸਾਡੇ ਉਸ ਵੇਲੇ ਦੇ ਜਿਹੜੇ ਸੀਗੇ ਉਹ ਸਾਰੇ ਦੇ ਸਾਰੇ ਜਿਹੜੇ ਆ ਹੁਣ ਕਈ ਵਾਰੀ ਕਹਿ ਦਿੰਦੇ ਜੀ ਜਿਹੜੀ ਅਪੋਲੋਜੀ ਹੋਈ ਆ ਕਾਮਾਗਾਟਾ ਮਾਰੂ ਦੀ, ਉਹ ਸਪੈਸ਼ਲੀ ਸੈਂਟਰਲ ਗਵਰਨਮੈਂਟ ਦਾ ਸਾਨੂੰ ਚਿੱਠੀ ਆਈ ਆ, ਅਸੀਂ ਸਾਰੇ ਗਏ ਆ। ਉਹ ਤੋਂ ਬਾਅਦ ਜਿਹੜੀ ਆ ਵਿਕਟੋਰੀਆ ਦੀ ਗਵਰਨਮੈਂਟ ਆ ਉਹਨਾਂ ਨੇ ਅਪੋਲੋਜੀ ਕੀਤੀ ਆ, ਉਹ ਉੱਥੇ ਵੀ ਅਸੀਂ ਗਏ ਆ, ਕਿਉਂਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨਾ ਇਹ ਘਰ ਬੈਠਿਆਂ ਨੂੰ ਨਹੀਂ ਮਿਲਦੀਆਂ। ਇਹ ਖਾਲਸਾ ਦੀਵਾਨ ਸੁਸਾਇਟੀ ਨੂੰ ਇਹਦੇ ਉੱਤੇ ਪਹਿਰਾ ਦੇਣਾ ਪਿਆ, ਔਰ ਆਪਣੇ ਜੋ ਕੁਝ ਵੀ ਅਸੀਂ ਕਰ ਸਕਦੇ ਸੀਗੇ ਗਵਰਨਮੈਂਟਾਂ ਨਾਲ ਮਿਲ ਕੇ ਕੀਤਾ। ਸੋ ਮੈਂ ਸਮਝਦਾ ਵੀ ਅਸੀਂ ਬੜੇ ਲੱਕੀ ਹਾਂ ਜਿਹੜੇ ਸਾਰੇ ਕੰਮ ਮੇਰੇ ਸਾਲਾਂ ਦੇ ਵਿੱਚ ਹੋਏ ਆ। ਔਰ ਫਿਰ ਕਹਿ ਦਿੰਦੇ ਕਈ ਵਾਰੀ ਹੁਣ ਜਿਹੜੀਆਂ ਅੱਜ ਕੱਲ੍ਹ ਮੈਂ ਸੁਣਦਾ ਉਹ ਇਹ ਗੱਲ ਕਹਿੰਦੇ ਆ ਵੀ ਜੀ ਇਹ ਖਾਲਸਾ ਦੀਵਾਨ ਸੁਸਾਇਟੀ ਅੱਗੇ ਵਾਲੀ ਸੁਸਾਇਟੀ ਨਹੀਂ ਰਹੀ। ਮੈਨੂੰ ਤਾਂ ਸਮਝ ਨਹੀਂ ਆਉਂਦੀ। ਅਸੀਂ ਤਾਂ ਕਹਿੰਦੇ ਵੀ ਅਸੀਂ ਤਾਂ ਅੱਗੇ ਨਾਲੋਂ ਵੀ ਦੋ ਕਦਮ ਅੱਗੇ ਜਾਂਦੇ ਹਾਂ। ਹੁਣ ਉਹ ਸਾਨੂੰ ਲਿਜਾਂਦੇ ਹੈਗੇ ਆ 1906 ਦੇ ਵਿੱਚ ਹੈ ਜੀ। ਉਸ ਵੇਲੇ ਦੇ ਜਿਹੜੇ ਬਾਬਰ ਅਕਾਲੀ ਸੀਗੇ ਉਹਨਾਂ ਨੇ ਹਿੰਦੁਸਤਾਨ ਆਜ਼ਾਦ ਕਰਾਉਣਾ ਸੀਗਾ, ਲੇਕਿਨ ਜਿਹੜਾ ਇੱਥੇ ਦਾ ਜਿਹੜਾ ਮਸਲਾ ਸੀਗਾ ਉਹ ਖਾਲਸਾ ਦੀਵਾਨ ਸੁਸਾਇਟੀ ਨੇ ਜਿੱਦਾਂ ਨਜਿੱਠਿਆ, ਵੋਟਿੰਗ ਦਾ ਹੱਕ ਲਿਆ, ਔਰ ਇੱਥੇ ਦੇ ਜਿਹੜੇ ਵੀ ਹੱਕ ਲੈਣੇ ਵਾਲੇ ਸੀ ਉਹ ਨਹੀਂ ਹੱਕ ਲਾਏ, ਔਰ ਕਾਮਾਗਾਟਾ ਮਾਰੂ ਦਾ ਵੀ ਪੂਰੇ ਦਾ ਪੂਰਾ ਉਹਨੀ ਦੇਖਭਾਲ ਕੀਤੀ। ਸੋ ਉਹਨਾਂ ਹੀ ਪਰਤਾਂ ਨੂੰ ਲੈ ਕੇ ਅਸੀਂ ਤੁਰੇ ਹਾਂ, ਔਰ ਅਸੀਂ ਕਦੇ ਵੀ ਕਿਸੇ ਕਮਿਊਨਿਟੀ ਦਾ ਕੋਈ ਵੀ ਮਸਲਾ ਜਿਹੜਾ ਆ ਉਹਨੂੰ ਪਿੱਛੇ ਨਹੀਂ ਰਹਿਣ ਦਿੰਦੇ, ਔਰ ਗਾਹਾਂ ਵੀ ਨਾ ਰਹਿਣ ਦੇਣਾ ਆ। ਔਰ ਖਾਲਸਾ ਦੀਵਾਨ ਸੁਸਾਇਟੀ ਇਸ ਵੇਲੇ ਧਾਰਮਿਕ ਤੌਰ ਤੇ ਔਰ ਹਰੇਕ ਤਰ੍ਹਾਂ ਜਿਹੜੀ ਆ ਉਹ ਆਪਣੀ ਪੂਰਾ ਕੋਸ਼ਿਸ਼ ਕਰਦੀ ਆ ਔਰ ਕਰ ਰਹੀ ਆ, ਔਰ ਅਸੀਂ ਬੜੇ ਕਾਮਯਾਬ ਆ। ਔਰ ਸੋ ਫਾਰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਿੰਨੇ ਪ੍ਰੋਗਰਾਮ ਚੱਲਦੇ ਆ ਉਹ ਤੋਂ ਵੱਧ ਮੇਰਾ ਤਾਂ ਖਿਆਲ ਆ ਵੀ ਜਿਹੜੇ ਹੁਣ ਇਲੈਕਸ਼ਨਾਂ ਲੜਦੇ ਆ ਉਹਨਾਂ ਦੇ ਕੋਲ ਹੋਰ ਮਸਲਾ ਤਾਂ ਹੈ ਨਹੀਂ। ਸੋ ਜ਼ਰੂਰ ਅਸੀਂ ਬੇਨਤੀ ਕਰਾਂਗੇ ਸੰਗਤਾਂ ਨੂੰ ਕਿ ਜ਼ਰੂਰ ਆਉਣ ਤੇ ਵੋਟ ਪਾਉਣ। ਵੋਟਾਂ ਦੇ ਵਾਲੇ ਦਿਨ ਦੇ ਲਈ ਕੀ ਕਹੋਗੇ? ਕੀ ਮੈਸੇਜ? ਜਿਹੜੀ ਇਲੈਕਸ਼ਨ ਹੈ ਉਹ 5 ਤਰੀਕ ਨੂੰ ਹੋ ਰਹੀ ਆ, ਔਰ ਕਿਉਂਕਿ ਜਿਹੜੀ ਵੋਟ ਹੈ ਨਾ ਜੀ, ਪਾਓ ਜਿਹਨੂੰ ਮਰਜੀ, ਜਿਹੜੇ ਤੁਹਾਨੂੰ ਚੰਗੇ ਲੱਗਦੇ ਵੋਟ ਪਾਓ, ਲੇਕਿਨ ਪਾਓ ਜ਼ਰੂਰ ਆ ਕੇ। ਇਹ ਜਿਹੜਾ ਵੋਟਾਂ ਦਾ ਸਿਸਟਮ ਹੈ ਜਿਹੜਾ ਇਹ ਹੈਗਾ ਉਹ ਸਾਨੂੰ ਬੜੀ ਮੁਸ਼ਕਲ ਨਾਲ ਮਿਲਿਆ ਹੈ ਜੀ, ਬੜੀ ਮੁਸ਼ਕਲ ਨਾਲ ਮਿਲਿਆ। ਬਾਕੀ ਤੁਸੀਂ ਇਹ ਦੇਖ ਲਓ ਵੀ ਜਿਹੜਾ ਖਾਲਸਾ ਦੀਵਾਨ ਸੁਸਾਇਟੀ ਆ ਇਹਨੂੰ ਅੱਗ ਵੀ ਲੱਗੀ, ਉਹ ਤੋਂ ਬਾਅਦ ਜੋ ਕੁਝ ਬਣਿਆ ਆ ਉਹ ਸਾਰਿਆਂ ਨੇ ਦੇਖ ਲਿਆ, ਉਹਦੇ ਉੱਤੇ ਮੈਨੂੰ ਜਾਣ ਦੀ ਲੋੜ ਨਹੀਂ। ਔਰ ਜਿਹੜੀ ਬਾਕੀ ਦੇ ਜਿੰਨੇ ਵੀ ਹੈਗੇ ਆ ਸਕੂਲ ਆ ਜਿਹੜੇ ਆਲੇ ਦੁਆਲੇ 5-7 ਸਕੂਲਾਂ ਦੇ ਵਿੱਚ ਅਸੀਂ ਟੀਚਰ ਭੇਜਦੇ ਹਾਂ। ਇੱਥੇ ਵੀਕਐਂਡ ਨੂੰ ਤਾਂ ਫਰਾਈਡੇ ਦਾ ਸੰਡੇ ਕਲਾਸਾਂ ਲੱਗਦੀਆਂ ਆ ਹੈ ਜੀ। ਤਾਂ ਸੋ ਇਸ ਕਰਕੇ ਅਸੀਂ ਕਮਿਊਨਿਟੀ ਦਾ ਕੋਈ ਵੀ ਮਸਲਾ ਜਿਹੜਾ ਯਾਰ ਉਹਨੂੰ ਅਸੀਂ ਪਰੋਖੇ ਨਹੀਂ ਕਰਦੇ। ਸਾਡੀ ਬੈਸਟ ਟਰਾਈ ਆ ਵੀ ਖਾਲਸਾ ਦੀਵਾਨ ਸੁਸਾਇਟੀ ਜਿੱਦਾਂ ਅੱਗੇ ਲੀਡ ਕਰਦੀ ਰਹੀ ਆ ਉੱਦਾਂ ਲੀਡ ਕਰਦੀ ਰਹੇ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਥੈਂਕ ਯੂ। ਖਾਲਸਾ ਦੀਵਾਨ ਸੁਸਾਇਟੀ ਰੌਸ ਗੁਰੂ ਘਰ ਪ੍ਰਬੰਧਕੀ ਚੋਣਾਂ 5 ਤਰੀਕ ਨੂੰ ਨੇ। ਤੁਹਾਨੂੰ ਜੋ ਪ੍ਰਬੰਧਕ ਵਧੀਆ ਲੱਗਦਾ, ਤੁਹਾਨੂੰ ਜੋ ਕੈਂਡੀਡੇਟ ਵਧੀਆ ਲੱਗਦਾ, ਉਹਨਾਂ ਨੂੰ ਵੋਟਾਂ ਪਾਓ। ਜੇ ਤੁਸੀਂ ਇਸ ਗੁਰੂ ਘਰ ਦੇ ਮੈਂਬਰ ਹੈ ਤਾਂ ਵੋਟਾਂ ਪਾਉਣ ਜ਼ਰੂਰ ਆਇਓ 5 ਨਵੰਬਰ ਨੂੰ। ਨਹੀਂ ਮੈਂਬਰ ਤਾਂ ਮੈਂਬਰਸ਼ਿਪ ਹੁਣ ਲਈ ਜਾ ਸਕਦੀ ਹੈ ਤੇ ਅਗਲੇ ਸਾਲ ਚੋਣਾਂ ਦੇ ਵਿੱਚ ਪਾਰਟਿਸਿਪੇਟ ਕੀਤਾ ਜਾ ਸਕਦਾ। ਅਗਲੀ ਵਾਰੀ ਜਦੋਂ ਵੀ ਇਹ ਚੋਣਾਂ ਹੁੰਦੀਆਂ ਨੇ, ਕਿੰਨੇ ਸਾਲਾਂ ਦੇ ਵਕਫੇ ਦੇ ਬਾਅਦ ਹੁੰਦੀਆਂ ਨੇ, ਉਦੋਂ ਤੁਸੀਂ ਇੱਥੇ ਪਾਰਟਿਸਿਪੇਟ ਜਿਹੜਾ ਆ ਉਹ ਕਰ ਸਕਦੇ ਆ। ਪਰ ਜੋ ਮੈਂਬਰ ਨੇ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਵਧੀਆ ਪ੍ਰਬੰਧਕਾਂ ਨੂੰ ਦੇਖ ਕੇ, ਵਧੀਆ ਲੋਕਾਂ ਨੂੰ ਦੇਖ ਕੇ ਚੁਣਿਆ ਜਾਵੇ ਤਾਂ ਕਿ ਜਿਹੜੀ ਇਹ ਸੁਸਾਇਟੀ ਵਧੀਆ ਕੰਮ ਕਰ ਸਕੇ, ਕਿਉਂਕਿ ਇਹ 100 ਸਾਲ ਤੋਂ ਵੀ ਜ਼ਿਆਦਾ ਸਾਲ ਪੁਰਾਣੀ ਸੁਸਾਇਟੀ ਹੈ ਤੇ ਸਾਰੇ ਚਾਹੁੰਦੇ ਆ ਕਿ ਇਹ ਵਧੀਆ ਤਰੀਕੇ ਦੇ ਨਾਲ ਕੰਮ ਕਰਦੀ ਰਹੇ, ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀ ਰਹੇ, ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੀ ਰਹੇ। ਇਨਫੋਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ TV।